ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਣਾ ਆਪਣਾ ਮਨ ਆਪਣਾ ਤੇ ਸਾਡਾ ਕੋਈ ਨਹੀਂ, ਅਕਾਲ ਪੁਰਖ ਜੀ ਦਾ ਦਿੱਤਾ ਹੋਇਆ ਮਨ ਹੈ। ਤੇ ਮਨ ਜਿਹਦੇ ਵਿੱਚ ਰਹਿ ਰਿਹਾ ਹੈ, ਤਨ ਜਿਹਨੂੰ ਕਹਿੰਦੇ ਹਾਂ, ਬੋਡੀ, ਆ ਸਰੀਰ ਜਿਹੜਾ ਹੈ, ਇਹ ਸਭ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਾਤ ਹੈ। ਕਰਮਾਂ ਵਿੱਚ ਲਿਖਿਆ ਹੈ, ਤਾਂ ਇਹ ਦੇਹ ਮਿਲੀ ਹੈ ਮਾਨਸ ਜਨਮ। ਮਾਂ ਪਿਓ ਵੀ ਦਿੱਤੇ ਹਨ, ਮਾਏ ਨ ਹੋਤੀ ਬਾਪ ਨ ਹੋਤਾ, ਕਰਮ ਨ ਹੋਤੀ ਕਾਇਆ। 84 ਲੱਖ ਜੂਨ ਦੇ ਵਿੱਚੋਂ ਇਹ ਦੇਹ ਕਰਮਾਂ ਵਿੱਚ ਨਾ ਹੁੰਦੀ, ਨਹੀਂ ਤਾਂ ਰੁੱਲਦੇ ਰਹਿੰਦੇ ਹੋਰ ਜੂਨਾਂ ਵਿੱਚ। ਬੜੀ ਮਾਲਕ ਨੇ ਕਿਰਪਾ ਕੀਤੀ ਹੈ, ਅਕਾਲ ਪੁਰਖ ਜੀ ਨੇ। ਇਹ ਤਨ ਤੇ ਮਨ, ਇਹ ਮਾਨਸ ਦੇਹ ਬਖਸ਼ਿਸ਼ ਕੀਤੀ ਹੈ ਸਾਨੂੰ ਸਾਰਿਆਂ ਨੂੰ। ਕਹਿ ਦਈਦਾ ਹੈ ਮੇਰਾ ਸਰੀਰ ਹੈ, ਮੇਰਾ ਮਨ ਹੈ, ਪਰ ਪਿਆਰਿਓ, ਮਨ ਵੀ ਵਾਹਿਗੁਰੂ ਦਾ ਹੈ, ਤਨ ਵੀ ਵਾਹਿਗੁਰੂ ਦਾ ਹੈ, ਸਾਡਾ ਕੁਝ ਵੀ ਨਹੀਂ ਹੈ। ਜੋੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕੋ ਹੀ ਜੋਤ ਹਨ, ਜੋਤ 오ਹਾ ਜੁਗਤ ਸੈ ਕਾਇਆ ਫਿਰ ਪਲਟੀਐ। ਕਾਇਆ ਦੇਹ ਬਦਲੀ ਹੋਈ ਹੈ, ਜੋਤ ਉਹੀਓ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਵਾਲੀ। ਪਹਿਲੇ ਸਤਿਗੁਰਾਂ ਨੇ ਵੀ ਸੱਚ ਨਾਲ ਜੋੜਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਓਅੰਕਾਰ ਜੀ ਦੇ ਨਾਲ ਇੱਕ ਲਾ ਦਿੱਤਾ ਸਤਿਗੁਰਾਂ ਨੇ। ਉਹ ਇੱਕੋ ਹਨ, ਇੱਕ ਓਅੰਕਾਰ। ਸਤਿਨਾਮ ਜਿਨ੍ਹਾਂ ਦਾ ਨਾਮ ਸਤ ਹੈ, ਸੱਚ ਹੈ, ਉਹਨਾਂ ਨੂੰ ਜਪਣਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੇਵਾ ਕੀਤੀ ਹੈ। ਗੁਰਤਾ ਨੂੰ ਪ੍ਰਾਪਤ ਹੋਏ ਹਨ। ਦੀਵੇ ਜਿਉਂ ਦੀਵਾ ਬਲਿਆ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਆਪਣੀ ਜੋਤ ਜਗਾ ਦਿੱਤੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੇਵਾ ਕਰ ਕਰਕੇ ਬਿਰਧ ਅਵਸਥਾ ਵਿੱਚ ਬਿਆਸਾ ਤੋਂ ਜਲ ਲਿਆ ਕੇ ਮੁਖੜਾ ਵੀ ਆਪਣੇ ਸਤਿਗੁਰਾਂ ਵੱਲ ਰੱਖਣਾ, ਪਿੱਠ ਨਹੀਂ ਕਰਨੀ, ਪਿੱਠ ਨਹੀਂ ਕੀਤੀ। ਇੰਨਾ ਪਿਆਰ, ਇੰਨਾ ਸਤਿਕਾਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ। ਜਾਂਦਿਆਂ ਹੋਇਆਂ ਜਦੋਂ ਬਿਆਸਾ ਤੇ ਜਲ ਲੈਣ ਜਾਣਾ, ਤੇ ਹੌਲੀ ਹੌਲੀ ਮੁਖੜਾ ਆਪਣੇ ਸਤਿਗੁਰਾਂ ਵੱਲ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਵੱਲ ਪਿੱਠ ਕਰਕੇ ਤੁਰੇ ਜਾਣਾ ਦੂਜੇ ਪਾਸੇ, ਪਰ ਮੁਖੜਾ ਆਪਣਾ ਗੁਰਾਂ ਵੱਲ ਰੱਖਣਾ, ਸਤਿਗੁਰਾਂ ਵੱਲ ਰੱਖਣਾ। ਆਉਂਦਿਆਂ ਹੋਇਆਂ ਜਦੋਂ ਜਲ ਭਰ ਲੈਣਾ, ਤੇ ਮੁਖੜਾ ਆਪਣੇ ਆਪ ਹੀ ਗੁਰੂ ਮਹਾਰਾਜ ਵੱਲ ਹੁੰਦਾ ਸੀ, ਸਿੱਧੇ ਤੁਰੇ ਆਉਣਾ। ਦੁਨੀਆ ਨੂੰ ਤਾਰਿਆ। ਅੱਜ ਵੀ ਜਦੋਂ ਗੁਰਬਾਣੀ ਵਿੱਚ ਸ਼ਲੋਕ ਮਹੱਲਾ ਤੀਜਾ ਪੜ੍ਹਦੇ ਹਾਂ, ਇੰਨੇ ਉਪਦੇਸ਼ ਹਨ, ਇੰਨੇ ਉਪਦੇਸ਼ ਹਨ ਇਸ ਮਨ ਨੂੰ, ਇਸ ਤਨ ਨੂੰ ਵੀ ਇਹ ਸਰੀਰਾ ਮੇਰਿਆ। ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ,
ਜੋ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਉਹ ਸਰੀਰ ਪ੍ਰਵਾਨ ਹੁੰਦਾ ਹੈ, ਉਹ ਮਨ ਪ੍ਰਵਾਨ ਹੁੰਦਾ ਹੈ, ਉਹ ਸਰੀਰ ਪ੍ਰਵਾਨ ਹੁੰਦਾ ਹੈ ਜਿਹੜੇ ਚਿੱਤ ਆਪਣੇ ਸਤਿਗੁਰਾਂ ਨਾਲ ਲੱਗ ਜਾਂਦੇ ਹਨ, ਜੁੜ ਜਾਂਦੇ ਹਨ, ਉਹਨਾਂ ਦਾ ਭਲਾ ਹੋ ਜਾਂਦਾ ਹੈ। ਨਹੀਂ ਤਾਂ ਮਨ ਜੰਜਾਲੀ ਵੇੜਿਆ, ਵੇੜਿਆ ਕਹਿੰਦੇ ਨੇ ਲਪੇਟਿਆ ਰਹਿੰਦਾ ਹੈ ਜੰਜਾਲਾਂ ਵਿੱਚ। ਦਿਨ ਵੀ ਲੰਘ ਜਾਂਦਾ ਹੈ, ਰਾਤ ਵੀ ਲੰਘ ਜਾਂਦੀ ਹੈ। ਰਾਤ ਜੇ ਸੋਵੈ ਹੈ, ਗਲ ਵਿੱਚ ਫਾਹੀ ਪੈ ਜਾਂਦੀ ਹੈ ਨੀਂਦ ਦੀ। ਦਿਨ ਚੜ੍ਹਦਾ ਹੈ, ਉੱਠ ਕੇ ਕੰਮ ਤੇ ਚਲਾ ਜਾਂਦਾ ਹੈ, ਜੋ ਵੀ ਕੰਮ ਹੈ ਕਿਸੇ ਦਾ। ਰਾਤ ਜੇ ਸੋਵੈ ਹੈ, ਦਿਨ ਕਰ ਹੈ ਕਾਮ। ਇੱਕ ਖਿਨ ਲੇਹ ਨਾ ਹਰ ਕੋ ਨਾਮ, ਫਿਉ ਸੈਕਿੰਡ ਵੀ ਵਾਹਿਗੁਰੂ ਵਾਹਿਗੁਰੂ ਨਹੀਂ ਆਖਦਾ, ਸਤਨਾਮ ਨਹੀਂ ਆਖਦਾ। ਇੰਝ ਹੀ ਰਾਤ ਦਿਨ ਲੰਘ ਜਾਂਦਾ ਹੈ। ਰਾਤ ਸੁੱਤਿਆਂ ਲੰਘ ਜਾਂਦੀ ਹੈ, ਸੁੱਤਿਆਂ ਗਈ ਵਿਹਾਏ। ਦਿਨ ਕੰਮ ਧੰਦਿਆਂ ਵਿੱਚ ਬੀਤ ਜਾਂਦਾ ਹੈ। ਕੰਮ ਧੰਦੇ ਵੀ ਅੱਜ ਤੋਂ ਨਹੀਂ, ਕੁੱਲਾਂ ਤੋਂ ਚੱਲ ਰਹੇ ਹਨ, ਧੰਦੜੇ ਕੁੱਲਾ। ਕਿਉਂਕਿ ਕਈ ਵਾਰੀ ਬੜੇ ਵੱਡੇ ਵੱਡੇ ਕੰਮ ਹੁੰਦੇ ਹਨ, ਜਨਰੇਸ਼ਨਸ ਸੰਭਾਲਦੀਆਂ ਰਹਿੰਦੀਆਂ ਹਨ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਕਹਿ ਵੀ ਦਿੰਦੇ ਨੇ ਇਹ ਸਾਡੇ ਪੜਦਾਦਾ ਜੀ ਦਾ ਸ਼ੁਰੂ ਕੀਤਾ ਹੋਇਆ ਹੈ। ਭਾਗਾਂ ਵਾਲੇ ਉਹ ਹਨ ਜਿਨ੍ਹਾਂ ਦੇ ਮੂੰਹ ਨਿਕਲ ਜਾਂਦਾ ਹੈ, ਇਹ ਜਿੰਨੀਆਂ ਦਾਤਾਂ ਹਨ ਅਕਾਲ ਪੁਰਖ ਦੀਆਂ ਹਨ। ਸਾਡੇ ਵੱਡੇ ਧੰਨ ਸਨ ਜਿਹੜੇ ਨਾਮ ਵੀ ਜਪਦੇ ਸਨ ਤੇ ਕਿਰਤ ਕਮਾਈ ਵੀ ਕਰਦੇ ਸਨ, ਇਹ ਉਹਨਾਂ ਦੀਆਂ ਦੇਣਾ ਹਨ। ਅੱਗੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਵੀ ਕੰਮ ਧੰਦਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਅਕਾਲ ਪੁਰਖ ਜੀ ਦੀ ਯਾਦ ਸਾਡੇ ਚਿੱਤ ਵਿੱਚ ਬਣੀ ਰਵੇ, ਅਸੀਂ ਜਪਦੇ ਰਹੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਸੇਵਾ ਕਰਕੇ ਥੜੇ ਢਾਹ ਦੇਣੇ, ਬਣਾ ਦੇਣੇ। ਇੱਥੋਂ ਕੁੱਲ ਚੱਲ ਪੈਂਦੀ ਹੈ ਸੋਢੀਆਂ ਦੀ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਦਸਮੇਸ਼ ਪਿਤਾ ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰਾਂ ਦੇ ਸਭ ਤੋਂ ਛੋਟੇ ਸਪੁੱਤਰ ਜਿਹੜੇ ਸਨ, ਧੰਨ 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 ਬਾਬਾ ਜੀ, ਬਾਬਾ ਫਤਿਹ ਸਿੰਘ ਜੀ। ਕਿਹੜੀ ਉਮਰ ਨਾਲ ਅੱਜ ਵੀ ਸੰਸਾਰ ਬਾਬਾ ਜੀ ਆਖਦਾ ਹੈ। ਕੰਮ ਜੋ ਬਾਬਿਆਂ ਵਾਲੇ ਕੀਤੇ, ਵੱਡੇ ਵੱਡੇ ਕੀਤੇ, ਦੁਨੀਆ ਨੂੰ ਤਾਰਨ ਵਾਲੇ ਕੀਤੇ, ਵਾਹਿਗੁਰੂ ਦੇ ਹੁਕਮ ਵਿੱਚ ਰਹਿਣ ਵਾਲੇ ਕੀਤੇ। ਇੱਥੋਂ ਕੁੱਲ ਚੱਲ ਪੈਂਦੀ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਪੂਰਨ ਤਾਲ ਖਟਾਇਆ, ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਜਦੋਂ ਵੀ ਦਰਬਾਰ ਸਾਹਿਬ ਜਾਓ, ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਜਾ ਕੇ ਦਰਸ਼ਨ ਕਰੀਏ ਤੇ ਮੱਲੋ ਮੱਲੀ ਮੂੰਹ ਨਿਕਲ ਜਾਂਦਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਸੋਢੀ ਸੁਲਤਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਧੰਨ ਹੋ। ਤੁਹਾਡੇ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਸਾਰੇ ਪਾਪ ਲੈ ਜਾਂਦੇ ਹਨ। ਰਾਮਦਾਸ ਸਰੋਵਰ ਨਾਤੇ, ਕਿਉਂਕਿ ਕਈ ਕਈ ਸਾਲਾਂ ਵਿੱਚ ਏਡਾ ਮਨ ਭਾਰਾ ਹੋ ਜਾਂਦਾ ਹੈ, ਤਨ ਵੀ ਭਾਰਾ ਹੋ ਜਾਂਦਾ ਹੈ। ਕਦੋਂ ਕਿਤੇ ਜਾਈਏ, ਜਾ ਕੇ ਇਸ਼ਨਾਨ ਕਰੀਏ ਤੇ ਮਨ ਦੀ ਮੈਲ ਲੱਥ ਜਾਵੇ, ਮਨ ਸਾਡਾ ਨਿਰਮਲ ਹੋ ਜਾਵੇ।
ਤੇ ਪਿਆਰਿਓ, ਵਾਕਿਆ ਮਨ ਨਿਰਮਲ ਹੋ ਜਾਂਦਾ ਹੈ ਜਦੋਂ ਇਸ਼ਨਾਨ ਕਰੀਦਾ ਹੈ। ਮੈਲ ਗਈ, ਮੈਲ ਵੀ ਚਲੀ ਜਾਂਦੀ ਹੈ ਜਦੋਂ ਚੁੱਭਾ ਮਾਰੋ ਤੇ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਮੈਲ ਗਈ, ਮਨ ਨਿਰਮਲ ਹੋਆ, ਮਨ ਨਿਰਮਲ ਹੋ ਜਾਂਦਾ ਹੈ। ਜਿਹੜਾ ਲਿਬੜਿਆ ਹੁੰਦਾ ਹੈ ਪਾਪਾਂ ਨਾਲ, ਅਪਰਾਧਾਂ ਨਾਲ, ਪਤਾ ਨਹੀਂ ਕੀ ਕੀ ਇਹ ਜ਼ਬਾਨ ਕਹਿ ਬਹਿੰਦੀ ਹੈ, ਕੀ ਕੀ ਇਹ ਕੰਨ ਸੁਣ ਬਹਿੰਦੇ ਹਨ, ਇਹ ਸਾਰੀ ਮੈਲ ਅੰਦਰ ਜਮ੍ਹਾਂ ਹੋ ਜਾਂਦੀ ਹੈ। ਕਿਸੇ ਲਈ ਬੁਰਾ ਕਿਹਾ ਜਾਂਦਾ ਹੈ, ਜ਼ਬਾਨ ਮੰਦੀ ਹੋ ਜਾਂਦੀ ਹੈ, ਮੈਲੀ ਹੋ ਜਾਂਦੀ ਹੈ। ਕਿਸੇ ਲਈ ਬੁਰਾ ਸੁਣਿਆ ਜਾਂਦਾ ਹੈ ਇਹਨਾਂ ਕੰਨਾਂ ਦੇ ਨਾਲ। ਸੁਣਨੀ ਤਾਂ ਗੁਰਬਾਣੀ ਸੀ, ਆਇਓ ਸੁਣਨ ਪੜ੍ਹਨ ਕੋ ਬਾਣੀ। ਜ਼ਬਾਨ ਨੇ ਗੁਰਬਾਣੀ ਨੂੰ ਪੜ੍ਹਨਾ ਸੀ, ਕੰਨਾਂ ਨੇ ਸੁਣਨਾ ਸੀ, ਚੰਗੀਆਂ ਗੱਲਾਂ ਸੁਣਨੀਆਂ ਸੀ, ਚੰਗੇ ਵਚਨ ਕਰਨੇ ਸਨ ਇਸ ਰਸਨਾ ਦੇ ਨਾਲ। ਪਰ ਗੁਰੂ ਮਹਾਰਾਜ ਜੀ ਤੋਂ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਦੂਰ ਹੋਣ ਕਰਕੇ ਇਹ ਕੰਨ ਗੁਰਬਾਣੀ ਨਾ ਸੁਣ ਸਕੇ, ਨਿੰਦਾ ਵਿੱਚ ਪੈ ਗਏ। ਨਿੰਦਾ ਵੀ ਕੋਈ ਥੋੜੀ ਨਹੀਂ, ਜਿਸ ਤਰ੍ਹਾਂ ਕੋਈ ਅੰਬ ਚੁੱਪਦਾ ਹੈ, ਜਿਸ ਅੰਦਰ ਨਿੰਦਾ ਮੋਹੇ ਅੰਬ ਪਿਆ। ਘੁੱਟ ਘੁੱਟ ਕੇ ਨਿੰਦਿਆ ਬੰਦਾ ਕਰਦਾ ਹੈ, ਜੋ ਕੰਨਾਂ ਰਾਹੀਂ ਅੰਦਰ ਚਲੀ ਜਾਂਦੀ ਹੈ। ਤਾਈਓ ਭਗਤ ਕਬੀਰ ਜੀ ਨੇ ਹੁਕਮ ਕੀਤੇ ਹਨ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਨਿੰਦਾ ਬਾਪ, ਨਿੰਦਾ ਮਹਤਾਰੀ। ਮਾਂ ਪਿਓ ਤੇ ਕੱਪੜੇ ਨਾਲ ਗੰਦਗੀ ਸਾਫ਼ ਕਰਦੇ ਹਨ, ਨਿੰਦਕ ਮੂੰਹ ਨਾਲ ਕਰ ਰਿਹਾ ਹੈ, ਜ਼ਬਾਨ ਨਾਲ ਕਰ ਰਿਹਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾ ਕੇ ਜਦੋਂ ਇਸ਼ਨਾਨ ਕਰੋ, ਇਹਨਾਂ ਗੱਲਾਂ ਤੋਂ ਮਨ ਹਟ ਜਾਂਦਾ ਹੈ। ਇਹ ਕੰਨ ਗੁਰਬਾਣੀ ਸੁਣਨ ਲੱਗ ਪੈਂਦੇ ਹਨ। ਉੱਥੇ ਜੋ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਧੁਰ ਕੀ ਬਾਣੀ ਦਾ, ਉਹ ਫਿਰ ਕੰਨਾਂ 'ਚ ਪੈਣ ਲੱਗ ਪੈਂਦਾ ਹੈ। ਅੱਜ ਕੱਲ੍ਹ ਬੱਚੇ ਸਿਆਣੇ ਜਦੋਂ ਹੋ ਕੇ ਆਉਂਦੇ ਹਨ ਹਰਿਮੰਦਰ ਸਾਹਿਬ, ਤੇ ਲਾਈਵ ਜਿਹੜਾ ਕੀਰਤਨ ਹੋ ਰਿਹਾ ਹੈ ਡਾਊਨਲੋਡ ਕਰ ਲੈਂਦੇ ਹਨ, ਸੁਣਦੇ ਰਹਿੰਦੇ ਹਨ, ਕਿਉਂਕਿ ਮਨ ਸੁਣਨ ਲੱਗ ਪੈਂਦਾ ਹੈ, ਇਹ ਕੰਨ ਸੁਣਨ ਲੱਗ ਪੈਂਦੇ ਹਨ। ਲਾਈਵ ਕੀਰਤਨ ਸੁਣਦੇ ਰਹਿੰਦੇ ਹਨ। ਕਿੱਥੇ ਨਿੰਦਿਆ ਸੁਣਦੇ ਸੀ, ਅੰਬ ਵਾਂਗੂ ਇਹ ਜੀਭਾ ਨਿੰਦਿਆ ਕਰ ਕਰਕੇ ਲੋਕਾਂ ਦੀ ਮੈਲ ਚੂਸਦੀ ਸੀ, ਉਹ ਸਭ ਛੱਡ ਦਿੰਦੀ ਹੈ। ਜਿਵੇਂ ਜਿਵੇਂ ਦਰਬਾਰ ਸਾਹਿਬ ਤੋਂ ਕੀਰਤਨ ਆ ਰਿਹਾ ਹੈ, ਅੱਜ ਕੱਲ੍ਹ ਸਾਰਿਆਂ ਦੇ ਕੋਲ ਮੋਬਾਈਲ ਹਨ, ਡਾਊਨਲੋਡ ਕੀਤੇ ਹੋਏ ਹੁੰਦੇ ਹਨ, ਨਾਲ ਨਾਲ ਉਹ ਜੀਭਾ ਫਿਰ ਨਿੰਦਿਆ ਨਹੀਂ ਕਰਦੀ, ਅੰਬ ਨਹੀਂ ਚੂਸਦੀ ਨਿੰਦਿਆ ਦਾ, ਉਹ ਜੀਭਾ ਜਪਣ ਲੱਗ ਪੈਂਦੀ ਹੈ, ਸ਼ਬਦ ਪੜ੍ਹਨ ਲੱਗ ਪੈਂਦੀ ਹੈ, ਨਾਲ ਨਾਲ ਸਫਲ ਹੋ ਜਾਂਦੀ ਹੈ। ਦੁਨੀਆ ਦੀ ਯਾਤਰਾ ਹੀ ਸਫਲ ਹੋ ਜਾਂਦੀ ਹੈ। ਸਫਲ 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 ਪਈ ਯਾਤਰਾ। ਆਉਣਾ ਜਾਣਾ ਖਤਮ ਹੋ ਜਾਂਦਾ ਹੈ, ਆਵਣ ਜਾਣ ਰਹੇ। ਮਿਲੇ ਸਾਧਾ ਸਾਧ ਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਨਾਲ ਪਿਆਰ ਹੋ ਜਾਂਦਾ ਹੈ। ਮੈਲ ਗਈ, ਮਨ ਨਿਰਮਲ ਹੋਆ। ਜਾ ਕੇ ਇਸ਼ਨਾਨ ਕਰਕੇ ਦੇਖੋ ਗੁਰੂ ਦੇ ਦਰ ਤੇ। ਕਿਉਂ ਮੈਲਾਂ ਤੇ ਮਨ ਨੂੰ ਲੱਗਦੀਆਂ ਨੇ। ਜਿਹੜੀਆਂ ਮਨ ਦੀਆਂ ਮੈਲਾਂ ਹਨ, ਵੈਰ, ਵਿਰੋਧ, ਜੈਲਸ, ਈਰਖਾ, ਇਹ ਮੈਲਾਂ ਨਾਲ ਬੰਦਾ ਮੈਂਟਲ ਹੋ ਜਾਂਦਾ ਹੈ, ਪਾਗਲ ਹੋ ਜਾਂਦਾ ਹੈ। ਦੂਜਿਆਂ ਦਾ ਬੁਰਾ ਸੋਚ ਸੋਚ, ਬੁਰਾ ਚਿਤਵਤ ਚਿਤਵਤ ਮਰੀਏ।
ਆਪ ਹੀ ਮਰ ਜਾਂਦਾ ਹੈ ਦੂਜਿਆਂ ਦਾ ਬੁਰਾ ਸੋਚਦਾ ਸੋਚਦਾ। ਪੜ੍ਹਿਆ ਕਰੋ ਗੁਰਬਾਣੀ ਦੇ ਵਿੱਚੋਂ, ਬੁਰਾ ਚਿਤਵਤ ਚਿਤਵਤ ਮਰੀ ਹੈ। ਜੇ ਸੰਗਤ ਕਰ ਲਈਏ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਲੜ ਲਾਇਆ ਹੈ ਬਾਜਾਂ ਵਾਲੇ ਸਤਿਗੁਰਾਂ ਨੇ, Your Guru is Guru Granth Sahib Maharaj Ji forever after me। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕੀਤੇ ਹਨ, ਰੋਜ਼ ਦੋਹਰਾ ਪੜ੍ਹਦੇ ਹਾਂ। My order to all Sikhs, ਮੇਰਾ ਸਾਰਿਆਂ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੇਵਕ ਹਨ, ਸਾਰਿਆਂ ਨੂੰ ਹੁਕਮ ਹੈ। Your Guru is Guru Granth Sahib Maharaj Ji forever after me। ਸਾਡੇ ਤੋਂ ਬਾਅਦ ਵਿੱਚ ਸ਼ਬਦ ਤੁਹਾਡਾ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਗੁਰੂ ਹਨ। ਇਹੀ ਤੁਹਾਡੀ ਅਗਵਾਈ ਕਰਨਗੇ, ਇਹੀ ਤੁਹਾਨੂੰ ਸੋਝੀ ਦੇਣਗੇ। ਜਿਹੜੇ ਜਿਹੜੇ ਸੁਣਨਗੇ ਉਹਨਾਂ ਨੂੰ ਸੋਝੀ ਆ ਜਾਵੇਗੀ, ਜਿਹੜੇ ਨਹੀਂ ਸੁਣਨਗੇ, ਇਗਨੋਰ ਕਰਨਗੇ, ਉਹ ਭੁੱਲਾਂ ਗਲਤੀਆਂ ਵਿੱਚ ਪਏ ਰਹਿਣਗੇ। ਕੰਮ ਉਹਨਾਂ ਕੋਲੋਂ ਐਸੇ ਹੋ ਜਾਣਗੇ, ਐਸੇ ਬੀਜ ਬੀਜੇ ਜਾਣਗੇ ਜਿਨ੍ਹਾਂ ਦਾ ਫਲ ਆਪ ਨੂੰ ਹੀ ਖਾਣਾ ਪਵੇਗਾ। ਆਪੇ ਬੀਜ ਆਪੇ ਹੀ ਖਾਓ। ਜੇ ਸੰਗਤ ਸਤਿਗੁਰਾਂ ਦੀ ਹੋਵੇਗੀ ਤਾਂ ਬਚਿਆ ਰਹਿੰਦਾ ਹੈ, ਮੰਦੇ ਰਾਹਾਂ ਤੋਂ ਬਚਾਅ ਹੋ ਜਾਂਦਾ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ। ਜਦੋਂ ਵੀ ਦਰਸ਼ਨ ਕਰਕੇ ਆਓ, ਆਪੋ ਆਪਣੇ ਘਰਾਂ ਨੂੰ ਜਾਣ ਲੱਗਿਆਂ ਮਨ ਨਿਰਮਲ ਹੁੰਦੇ ਹਨ ਉਸ ਵੇਲੇ। ਇਹ ਹੁਣ ਮਨ ਦੀ ਡਿਊਟੀ ਹੈ ਕਿ ਇਹਨੂੰ ਮੈਂ ਸਾਂਭ ਕੇ ਰੱਖਣਾ ਹੈ, ਇਸੇ ਤਰ੍ਹਾਂ ਨਿਰਮਲ ਸਾਫ਼ ਰੱਖਣਾ ਹੈ। ਕਿਰਤ ਵਿਰਤ ਕਰਨੀ ਹੈ, ਕੰਮਕਾਰ ਕਰਨਾ ਹੈ, ਮਨ ਹੁਣ ਮੈਲਾ ਨਹੀਂ ਹੋਣ ਦੇਣਾ। ਦੇਹੀ ਧੋਏ ਨਾ ਉਤਰ ਸਮੈਲ। ਦੇਹ ਧੋਣ ਨਾਲ ਮਿੱਟੀ ਦੀ ਜਿਹੜੀ ਮਾੜੀ ਮੋਟੀ ਮੈਲ ਲੱਗੀ ਹੋਈ ਹੈ, ਗਲੇ ਤੇ ਹੈ, ਹੱਥਾਂ ਨੂੰ ਹੈ, ਪੈਰਾਂ ਨੂੰ ਹੈ, ਕੂਚ ਲੈਂਦਾ ਹੈ, ਮਾਂਜ ਲੈਂਦਾ ਹੈ, ਮੂੰਹ ਧੋ ਲੈਂਦਾ ਹੈ, ਪਰ ਮਨ ਦੀ ਮੈਲ ਨਹੀਂ ਉਤਰਦੀ। ਜੋ ਲੋਕਾਂ ਦਾ ਬੁਰਾ ਮਨ ਵਿੱਚ ਰੱਖਿਆ ਹੋਇਆ ਹੈ, ਈਰਖਾ, ਵੈਰ ਵਿਰੋਧ, ਦਿਲੋਂ ਕੀਰਤਨ ਨਹੀਂ ਸੁਣਿਆ, ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਤੇ। ਜੇ ਡਾਊਨਲੋਡ ਵੀ ਕੀਤਾ ਹੋਇਆ ਹੈ ਹਰਿਮੰਦਰ ਸਾਹਿਬ ਤੋਂ ਲਾਈਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ, ਤੇ ਸੁਣ ਕੇ ਵੀ ਮਨ ਮੈਂ ਵੈਰ ਵਿਰੋਧ ਵਿੱਚ ਹੈ, ਫਿਰ ਕੀ ਲਾਭ ਹੈ? ਐ ਭਲਿਆ ਲੋਕਾ, ਸੁਣਿਆ ਮੰਨਿਆ, ਮਨ ਕੀਤਾ ਭਾਉ, ਦੁੱਖ ਪਾਰ ਹਰ ਸੁਖ ਕਰ ਲੈ ਜਾ। ਜੇ ਤੂੰ ਸੁਣਦਾ ਹੈ ਤਾਂ ਮਨ ਵਿੱਚ ਪ੍ਰੇਮ ਲਿਆਇਆ ਕਰ, ਵਾਹਿਗੁਰੂ ਦਾ ਡਰ ਰੱਖਿਆ ਕਰ, ਸਾਰੇ ਦੁੱਖ ਚਲੇ ਜਾਣਗੇ। ਇਹ ਦੇਹ ਤਾਂ ਧੋਤੀ ਨਹੀਂ ਜਾ ਸਕਦੀ, ਮਾਟੀ ਕਾ ਕਿਆ ਧੋਪੈ ਸੁਆਮੀ। ਹੁਣ ਜੇ ਕੋਈ ਕਵੇ ਕਿ ਮਿੱਟੀ ਨੂੰ ਧੋਵੋ, ਕੱਚੀ ਮਿੱਟੀ ਨੂੰ ਪੁੱਟ ਕੇ ਧੋਣ ਲੱਗ ਪਾਓ, ਬਾਰ-ਬਾਰ ਪਾਣੀ ਚੋਂ ਧੋਵੋ, ਬਾਲਟੀਆਂ ਉਲਟਾਈ ਜਾਓ, ਧੋਈ ਜਾਓ, ਉਲਟਾਈ ਜਾਓ, ਧੋਈ ਜਾਓ, ਮਿੱਟੀ ਕਿੱਥੇ ਧੋਤੀ ਜਾਂਦੀ ਹੈ? ਮਾਟੀ ਕਾ
ਕਿਆ ਧੋਪੈ ਸੁਆਮੀ। ਵਾਹਿਗੁਰੂ ਜੀ, ਮਿੱਟੀ ਨਹੀਂ ਧੋਤੀ ਜਾਂਦੀ, ਸਾਡੀ ਦੇਹ ਮਿੱਟੀ ਦੀ ਹੈ। ਮਾਟੀ ਕਾ ਕਿਆ ਧੋਪੈ ਸੁਆਮੀ। ਦੇਹੀ ਧੋਏ, ਦੇਹ ਨੂੰ ਤੇ ਬੰਦਾ ਰੋਜ਼ ਧੋਂਦਾ ਹੈ। ਪਵਿੱਤਰ ਹੋ ਜਾਂਦਾ ਹੈ ਬਾਹਰੋਂ, ਤੇ ਜੇ ਦਿਲੋਂ ਕਿਤੇ, ਮਨ ਕਿਤੇ ਸੱਚੇ ਦਿਲੋਂ ਇਸ਼ਨਾਨ ਕਰ ਲਵੇ, ਸੱਚੇ ਦਿਲੋਂ ਆਖੇ ਸਤਨਾਮ ਸ੍ਰੀ ਵਾਹਿਗੁਰੂ, ਜਦੋਂ ਜਲ ਵਿੱਚ ਇਸ਼ਨਾਨ ਕਰ ਰਿਹਾ ਹੁੰਦਾ ਹੈ, ਭਾਵੇਂ ਘਰ ਹੋਵੇ ਤੇ ਭਾਵੇਂ ਸਤਿਗੁਰਾਂ ਦੇ ਸਰੋਵਰ ਦੇ ਵਿੱਚ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ ਦਾ ਨਾਮ ਲੈਂਦਾ ਜਾਵੇ। ਆਪਣੇ ਟੱਬ ਵਿੱਚ, ਜਿੱਥੇ ਘਰ ਵਿੱਚ ਨਹਾਉਂਦਾ ਹੋਵੇ, ਉੱਥੇ ਵੀ ਜਦੋਂ ਸਿਰ ਵਿੱਚ ਜਲ ਪਾਵੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਖੇ, ਫਿਰ ਦੁੱਖ ਦੂਰ ਹੁੰਦੇ ਹਨ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਨ ਵੀ ਸਾਫ਼, ਤਨ ਵੀ ਸਾਫ਼, ਰੋਗ ਸਾਰੇ ਚਲੇ ਜਾਂਦੇ ਹਨ, ਬੰਦਾ ਅਰੋਗ ਹੋ ਜਾਂਦਾ ਹੈ। ਨਹੀਂ ਤਾਂ ਦੇਹੀ ਧੋਏ, ਜੇ ਮਨ ਵਿੱਚ ਭੈ ਨਹੀਂ, ਆਪਣੇ ਸਤਿਗੁਰਾਂ ਦਾ ਡਰ ਨਹੀਂ, ਦੇਹੀ ਧੋਏ ਨਾ ਉਤਰ ਸਮੈਲ, ਕਾਮ ਕ੍ਰੋਧ ਹਉਮੈ ਬਿਖ ਫੈਲ। ਫਿਰ ਤਾਂ ਜ਼ਹਿਰ ਚੜੇ ਹੋਏ ਹਨ ਕਾਮ ਦੇ, ਕ੍ਰੋਧ ਦੇ, ਗੁੱਸੇ ਦੇ। ਮੈਲ ਚਲੀ ਜਾਂਦੀ ਹੈ ਜੇ ਸਤਿਗੁਰਾਂ ਦੇ ਦਰ ਤੇ, ਸੱਚਖੰਡ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰੇ, ਤਨ ਦਾ ਤੇ ਮਨ ਦਾ। ਮਨ ਤਾਂ ਨਿਰਮਲ ਹੋਣਾ ਹੀ ਹੋਣਾ ਹੈ ਉੱਥੇ, ਜੇ ਮੁੜ ਕੇ ਪਾਪਾਂ ਨਾਲ, ਚੁਗਲੀ, ਨਿੰਦਾ, ਵੈਰ, ਵਿਰੋਧ, ਅਹੰਕਾਰ ਨਾਲ ਲਬੇੜ ਨਾ ਲਵੇ। ਮੈਲ ਗਈ, ਮੈਲ ਗਈ, ਮਨ ਨਿਰਮਲ ਹੋਆ। ਅੰਮ੍ਰਿਤ ਸਰ ਤੀਰਥ ਨਾਏ, ਅੰਮ੍ਰਿਤ ਸਰ ਤੀਰਥ ਨਾਏ। ਮੈਲ ਗਈ, ਮਨ ਨਿਰਮਲ ਹੋਆ। ਅੰਮ੍ਰਿਤ ਸਰ ਤੀਰਥ ਨਾਏ, ਪਿਆਰਿਓ ਮੈਲ ਚਲੀ ਜਾਂਦੀ ਹੈ। ਜਾਇਆ ਕਰੋ ਦਰਬਾਰ ਸਾਹਿਬ। ਜੇ ਦੇਹ ਕਰਕੇ ਕਿਸੇ ਵੇਲੇ ਨਹੀਂ ਜਾਇਆ ਜਾਂਦਾ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਸਾਰੇ ਪਾਸੇ ਭੱਜਾ ਫਿਰਦਾ ਹੈ, ਘਰ ਬੈਠਿਆਂ ਹੀ ਅੱਖਾਂ ਬੰਦ ਕਰੋ, ਇਹ ਮਨ ਜਾ ਕੇ ਦੁੱਖ ਭੰਜਨੀ ਬੇਰੀ ਸਾਹਿਬ ਥੱਲੇ ਜਾ ਕੇ ਇਸ਼ਨਾਨ ਕਰਕੇ ਵਾਪਸ ਆ ਜਾਂਦਾ ਹੈ। ਹਰਿਮੰਦਰ ਸਾਹਿਬ ਦੇ ਵਿੱਚ, ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਮੱਥਾ ਵੀ ਟੇਕ ਕੇ ਆ ਸਕਦਾ ਹੈ, ਕਿਉਂਕਿ ਮਨ ਉੱਡਿਆ ਫਿਰਦਾ ਹੈ, ਇਹਨੂੰ ਉੱਡਣਾ ਆਉਂਦਾ ਹੈ। ਹੁਣ ਗੁਰੂ ਘਰ ਵੱਲ ਉੱਡ ਕੇ ਨਾ ਆਵੇ ਤਾਂ ਇਹਦੀ ਆਪਣੀ ਮਰਜ਼ੀ ਹੈ। ਉੱਡ ਉੱਡ ਦਹਿ ਦਿਸ ਜਾਏ, ਐਵਰੀਵੇਅਰ, ਹਰ ਪਾਸੇ ਇਹ ਉੱਡ ਉੱਡ ਕੇ ਜਾਂਦਾ ਹੈ। ਦੂਜੀਆਂ ਕੰਟਰੀਆਂ ਵਿੱਚੋਂ, ਮੁਲਕਾਂ ਵਿੱਚੋਂ ਏਕ ਨਿਮਖ ਮੈਂ ਚਾਰ ਕੁੰਟ ਫਿਰ ਆਵੇ, ਚੌਹਾਂ ਕੁੰਡਾ, ਈਸਟ ਵੈਸਟ ਨਾਰਥ ਸਾਊਥ, ਸਾਰੇ ਪਾਸੇ ਘੁੰਮ ਕੇ ਆ ਜਾਂਦਾ ਹੈ। ਇੱਕ ਨਿਮਖ ਵਿੱਚ, 1 ਮਿੰਟ ਤੋਂ, ਮਿੰਟ ਵਿੱਚ 60 ਸੈਕਿੰਡ ਹਨ, 1 ਸੈਕਿੰਡ ਵਿੱਚ ਹੋ ਕੇ ਆ ਜਾਂਦਾ ਹੈ। ਇਹ ਜਾ ਸਕਦਾ ਹੈ ਆਨੰਦਪੁਰ ਸਾਹਿਬ ਸਤਿਗੁਰਾਂ ਦੇ ਚਰਨਾਂ ਵਿੱਚ, ਇਹ ਉੱਡ ਕੇ ਜਾ ਸਕਦਾ ਹੈ
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਕਿਸੇ ਵੇਲੇ ਕੋਈ ਸਾਧਨ ਨਹੀਂ ਬਣਦਾ ਜਾਣ ਦਾ। ਇਹ ਦੋ ਹਨ, ਇੱਕ ਦੇਹ ਹੈ, ਇੱਕ ਮਨ ਹੈ। ਮਨ ਨੂੰ ਉੱਡਣਾ ਆਉਂਦਾ ਹੈ। ਕਬੀਰ ਮਨ ਪੰਖੀ ਭਇਓ, ਇਹ ਪੰਛੀਆਂ ਵਰਗਾ ਹੈ। ਕਬੀਰ ਮਨ ਪੰਖੀ ਭਇਓ, ਉੱਡ ਉੱਡਦਾ ਹੈ ਦਿਸ ਜਾਏ। ਧੀਆਂ ਕੋਲ ਜਾਂਦਾ ਹੈ, ਪੁੱਤਰਾਂ ਕੋਲ ਜਾਂਦਾ ਹੈ, ਹੋਰ ਬਾਗ ਪਰਿਵਾਰ ਹੈ, ਸਾਰੇ ਪਾਸੇ ਭੱਜਾ ਫਿਰਦਾ ਹੈ। ਜਾਂ ਤੇ ਇਹਨੂੰ ਉੱਡਣਾ ਨਾ ਆਉਂਦਾ ਹੋਵੇ, ਇਹਨੂੰ ਉੱਡਣਾ ਆਉਂਦਾ ਹੈ। ਇਹ ਭੁੱਲ ਇੰਨੀ ਕਰਦਾ ਹੈ ਜੇ ਕਦੀ ਸਾਧਨ ਨਹੀਂ ਜਾਣਦੇ। ਕਈ ਵਾਰੀ ਐਸੀਆਂ ਰੁਕਾਵਟਾਂ ਪੈ ਜਾਂਦੀਆਂ ਹਨ ਦੁਨੀਆ ਦੇ ਵਿੱਚ, ਬੰਦਾ ਮੱਥਾ ਵੀ ਨਹੀਂ ਜਾ ਕੇ ਟੇਕ ਸਕਦਾ। ਫਿਰ ਉੱਡ ਕੇ ਆ ਜਾਇਆ ਕਰ ਮਨਾ, ਉੱਡ ਕੇ ਆ ਕੇ ਦਰਸ਼ਨ ਕਰਕੇ ਮੁੜ ਕੇ ਜਾ ਕੇ ਆਪਣੀ ਦੇਹ ਵਿੱਚ, ਜਿਹੜਾ ਤੇਰਾ ਘਰ ਹੈ, ਟਿਕਾਣਾ ਹੈ, ਬੋਡੀ ਹੈ, ਉਹਦੇ ਵਿੱਚ ਜਾ ਕੇ ਵਿਸਰਾਮ ਕਰਿਆ ਕਰ। ਲੇਕਿਨ ਜਾਇਆ ਜ਼ਰੂਰ ਕਰ, ਤੈਨੂੰ ਉੱਡਣਾ ਆਉਂਦਾ ਹੈ। ਵਾਹਿਗੁਰੂ ਤੋਂ ਬਿਨਾ, ਸਤਿਗੁਰੂ ਤੋਂ ਬਿਨਾ ਤੇਰਾ ਕੋਈ ਸਹਾਰਾ ਨਹੀਂ। ਹਰ ਬਿਨ ਕੌਣ ਸਹਾਈ ਮਨ ਕਾ, ਤਨ ਤਾਂ ਇੱਥੇ ਰੁਲਦਾ ਰਹਿੰਦਾ ਹੈ। ਹਰ ਬਿਨ ਕੌਣ ਸਹਾਈ ਮਨ ਕਾ, ਕੋਈ ਵੀ ਸਹਾਰਾ ਨਹੀਂ ਇਸ ਮਨ ਦਾ ਸਤਨਾਮ ਵਾਹਿਗੁਰੂ ਜੀ ਤੋਂ ਬਿਨਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਵਿੱਤਰ ਪਾਵਨ ਗੁਰਬਾਣੀ ਦੇ ਵਿੱਚ ਬੜੀ ਸਿੱਖਿਆ ਦਿੱਤੀ ਹੈ। ਉਸ ਵਾਹਿਗੁਰੂ ਦੇ ਗੁਣ ਗਾਓ ਧਿਆਨ ਜੋੜ ਕੇ। ਗੋਬਿੰਦ ਗੁਣ ਗਾਈਏ ਜੀਓ, ਆ ਵਿੱਚ ਜੀਓ ਹੈ ਇਸ ਮਿੱਟੀ ਦੇ ਭਾਂਡੇ ਵਿੱਚ। ਉਸ ਜੀਓ ਨੂੰ ਸਤਿਗੁਰੂ ਜੀ ਮਨ ਨੂੰ, ਕਿਉਂਕਿ ਆਤਮਾ ਤੇ ਹੈ ਹੀ ਪਰਮਾਤਮਾ ਦਾ ਰੂਪ ਹੈ, ਮਨ ਕਿਤੇ ਆਤਮਾ ਵੱਲ ਜੁੜ ਜਾਵੇ ਤਾਂ ਗੁਰਬਾਣੀ ਦੇ ਹੁਕਮ ਹਨ, ਸਮਝੋ ਪਰਮਾਤਮਾ ਨਾਲ ਇਹਨੂੰ ਜੁੜਨ ਦਾ ਵੱਲ ਆ ਗਿਆ, ਢੰਗ ਆ ਗਿਆ, ਤਰੀਕਾ ਆ ਗਿਆ। ਕਿਉਂਕਿ ਆਤਮਾ ਪਰਮਾਤਮਾ ਦੇ ਵਿੱਚ ਹੈ ਤੇ ਪਰਮਾਤਮਾ ਵਾਹਿਗੁਰੂ ਜੀ ਆਤਮਾ ਦੇ ਵਿੱਚ ਹਨ। ਆਤਮ ਮਹਿ ਰਾਮ, ਰਾਮ ਮਹਿ ਆਤਮ ਚੀਨਸ ਗੁਰ ਵਿਚਾਰਾ। ਗੁਰੂ ਦੀ ਵਿਚਾਰ ਸ਼ਬਦ ਦੀ ਕਰੇ ਤਾਂ ਪਤਾ ਲੱਗਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਨੂੰ ਪੜ੍ਹੇ ਸੁਣੇ। The soul is in the ਵਾਹਿਗੁਰੂ ਜੀ। ਆਤਮਾ ਪਰਮਾਤਮਾ ਵਿੱਚ ਵਸਦੀ ਹੈ। ਆਤਮ ਮਹਿ ਰਾਮ and the ਵਾਹਿਗੁਰੂ ਜੀ is in the soul। ਅਕਾਲ ਪੁਰਖ ਵਾਹਿਗੁਰੂ ਜੀ is in the soul। ਉਹ ਇਸ ਸੋਲ ਵਿੱਚ ਵਸਦੇ ਹਨ, ਆਤਮਾ ਵਿੱਚ ਵਸਦੇ ਹਨ। ਗੁਰਬਾਣੀ ਵਿੱਚੋਂ ਪੜ੍ਹਨਾ ਆਤਮ ਮਹਿ ਰਾਮ। ਵਾਹਿਗੁਰੂ ਜੀ is in the soul। ਆਤਮ ਮੈਂ ਰਾਮ, ਰਾਮ ਮਹਿ ਆਤਮ ਚੀਨਸ ਗੁਰ ਵਿਚਾਰਾ। ਜਿੰਨੇ ਦੁੱਖ ਹਨ ਇਸ ਮਨ ਦੇ ਹਨ, ਮਨ ਸਮਝਾਵਨ ਕਾਰਨੇ ਕਛੂਕ ਪੜੀਐ ਗਿਆਨ। ਗੋਬਿੰਦ ਗੁਣ ਗਾਈਐ ਜੀਓ, ਲਾਏ
ਸਤਿਗੁਰੂ ਨਾਲ ਧਿਆਨ, ਆਪਣੇ ਸਤਿਗੁਰਾਂ ਨਾਲ ਧਿਆਨ ਜੋੜ ਕੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਮੰਨ ਲਿਆ ਕਰ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਾਪੋ ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਮੰਨ ਲਿਆ ਕਰ। ਆਪਣੇ ਮਨ ਨੂੰ ਆਖਿਆ ਕਰ, ਜਪ ਮਨ ਸਤਨਾਮ, ਸਦਾ ਸਤਨਾਮ, ਸਦਾ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪਦਾ ਰਿਹਾ ਕਰ। ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਦਾਸ ਦਿਲਬਾਗ ਸਿੰਘ ਪਾਸੋਂ ਕਈ ਭੁੱਲਾਂ ਹੋ ਗਈਆਂ ਹਨ ਪਵਿੱਤਰ ਪਾਵਨ ਗੁਰਬਾਣੀ ਪੜ੍ਹਦਿਆਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਖਿਮਾ ਕਰ ਦਿਓ, ਖਿਮਾ ਕਰ ਦਿਓ। ਸੰਗਤ ਰੱਬ ਦਾ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਆਪ ਸਾਧ ਸੰਗਤ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰੋ ਜੀ। ਦਾਸ ਵੱਲੋਂ ਹੋਈਆਂ ਭੁੱਲਾਂ ਨਾ ਚਿਤਾਰਨਾ, ਨਾਮ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਕੋਲੋਂ ਨਾ ਪੁੱਛਿਆ ਕਰੋ, ਬਿਨਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਣੇ ਮਨ ਨੂੰ ਕਿਹਾ ਕਰੋ ਗੁਰਬਾਣੀ ਪੜ੍ਹ ਕੇ, ਜਪ ਮਨ ਸਤਨਾਮ, ਸਦਾ ਸਤਨਾਮ। ਆਪਣੇ ਮਨ ਨੂੰ ਮਾਰਨਾ ਹੈ, ਨਾਨਕ ਮਨ ਹੀ ਕੋ ਮਨ ਮਾਰਸੀ। ਕਿਸੇ ਨੇ ਨਹੀਂ ਰਾਹ ਪਾਉਣਾ, ਆਪਣੇ ਮਨ ਨੇ ਆਪ ਹੀ ਰਾਹ ਪੈਣਾ ਹੈ। ਗੁਰੂ ਮਹਾਰਾਜ ਜੀ ਦੇ ਬਚਨ ਸੁਣ ਸੁਣ ਕੇ, ਗੁਰਬਾਣੀ ਨੂੰ ਸੁਣ ਸੁਣ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।